ਕੋਈ ਪੰਜਾਬ ਦਾ ਬੰਦਾ ਤਾਂ ਕੋਈ ਟਿਕਦਾ ਨਹੀਂ ਨਾ, ਕੋਈ ਉਹ ਕਿਸੇ ਨੂੰ ਮੂਹਰੇ ਆਉਣ ਦਿੰਦੇ ਆ। ਇੱਥੋਂ ਦਿੱਲੀ ਛੱਡ ਕੇ ਉਹਨਾਂ ਨੂੰ ਵੀ ਇੰਨਾ ਦੱਸ ਦਿੰਦੇ ਵੀ ਅੱਜ ਆਪਾਂ ਅੰਮ੍ਰਿਤਸਰ ਏਅਰਪੋਰਟ ਤੇ ਉਤਰੇ ਆ, ਚੰਡੀਗੜ੍ਹ ਏਅਰਪੋਰਟ ਤੇ ਉਤਰੇ ਤੇ ਗੱਡੀਆਂ 'ਚ ਬਿਠਾ ਕੇ ਸਿੱਧਾ ਭਾਸ਼ਣ ਏਅਰਪੋਰਟ ਤੋਂ ਵਾਪਸ। ਇਹ ਯਾਰ ਕਿਵੇਂ ਚੱਲੂਗਾ ਕੰਮ? ਐ ਪੰਜਾਬ ਚੱਲੂਗਾ? ਕੈਪਟਨ ਅਮਰਿੰਦਰ ਸਿੰਘ ਮਤਲਬ ਕਾਂਗਰਸ। ਤੇ ਅੱਜ ਬੜਾ ਹੋਰ ਤਰ੍ਹਾਂ ਦਾ ਲੱਗਦਾ ਹੈ ਜਦੋਂ ਇਹੋ ਜਿਹੀਆਂ ਗੱਲਾਂ ਦੇਖੀ ਦੀਆਂ ਵੀ ਕਿੱਥੇ ਕਾਂਗਰਸ ਭਵਨ, ਕਿੱਥੇ ਅੱਜ ਇੱਕ ਮਤਲਬ ਆਫਿਸ ਜਿਹੜਾ ਕੋਈ ਦੁਕਾਨ ਜੀ ਖੋਲੀ ਜਾਂਦੇ ਆ। ਇਸ ਕਰਕੇ ਦੁੱਖ ਲੱਗਦਾ ਵੀ ਬੀਜੇਪੀ ਕਠਪੁਤਲੀ ਵਾਂਗੂ ਉਹ ਜਿਹੜੀਆਂ ਐ ਹੁੰਦੀਆਂ ਨਾ ਦਨਿਓਟੀ ਆਵਾਜ਼ ਜੀ ਵੀ ਆਉਂਦੀਆਂ ਤੇ ਟੀ ਟੀ ਕਰਕੇ ਉਹ ਨਚਾ ਰਹੀ ਆ ਬੀਜੇਪੀ। ਉਦੋਂ ਦੁੱਖ ਜਿਹਾ ਜ਼ਰੂਰ ਲੱਗਦਾ ਏ, ਪਰ ਹੁਣ ਇਹ ਤਾਂ ਇਹਨਾਂ ਦੀ ਸੋਚ ਆ, ਪਤਾ ਨਹੀਂ ਕੌਣ ਇਹਨਾਂ ਨੂੰ ਇਹੋ ਜਿਹੀਆਂ ਸਕੀਮਾਂ ਦੇ ਰਿਹਾ ਏ। ਲੱਭਣਾ ਕੁਛ नहीं, 0 + 0 0 + 0 = 0 रिजल्ट तो वही होना है। आप देख रहे हैं नॉर्थ टाइम्स पंजाब केसरी टीवी। पंजाब में चुनाव का दौर शुरू हो चुका है और आरोप प्रत्यारोप की राजनीति भी शुरू हो गई है। हमारे साथ कांग्रेस के सांसद रवनीत सिंह बिट्टू जी हैं। बिट्टू साहब, भगवंत मान ने बीजेपी पर इतना बड़ा आरोप लगाया है, उन्होंने कहा कि खरीदने की कोशिश की गई है, साथ में साथ मंत्री पद देने की कोशिश की गई है। कैसे देखते हैं आप? आपने ये जो पर्सन है ये आज लोकसभा में भी उठाया है। नहीं देखो, जब एक मौजूदा MP है जड़ा ते हाउस चल रहा, पार्लीमेंट चल रही है ते वो बाहर प्रेस कॉन्फ्रेंस कर रहे हैं, मैं यही कहा भगवंत मान जी, क्योंकि ये बहुत बड़ी इहनूं छोटी गल समझदे हो तुसीं? ये जिहड़ा पोचिंग वाला काम आ, खरीदो खरोफत वाला काम आ, ये बीजेपी चाहे मेघालय च होवे, चाहे मध्य प्रदेश होवे, चाहे राजस्थान च कोशिश कीती होवे, गोवा च कर, जिथे भी जाते इलैक्शन शुरू होंदी वो ये काम अपना कारोबार शुरू कर लेंदे। ते हुण मैं तो ये कहा भी भगवंत मान जी, पहली गल हाउस च आके गल करो जिथे दा रिकॉर्ड होवे सारा, क्योंकि तुसीं MP हो। उत्थे स्पीकर साहब दे मूहरे किहड़े बंदे दा फोन आया, ਉਹਦਾ ਨਾਂ ਕੀ ਆ? ਅੱਜ ਕੱਲ ਟੈਲੀਫੋਨ ਸਭ ਹਿਸਟਰੀ ਆ। ਨਹੀਂ ਗਵਰਨਮੈਂਟ ਦੇਖੇ, ਜੇ ਨਾ ਮਾਨ ਸਾਹਿਬ ਨਹੀਂ ਦੱਸਦੇ ਵੀ ਕਿਹੜੇ ਨੰਬਰ ਤੋਂ ਆਇਆ, ਤੇ ਉਦੋਂ ਬਾਅਦ ਦੇਖੇ ਇਹਦੇ ਉੱਤੇ ਕਮੇਟੀ ਬਣੇ, ਕਿੰਨੀ ਵਾਰ ਆਇਆ, ਟੌਬਰਾਂ ਤੋਂ ਲੋਕੇਸ਼ਨ ਪਤਾ ਲੱਗ ਜਾਂਦੀ ਆ ਵੀ ਕਿੱਥੋਂ ਆਇਆ ਫੋਨ, ਕਿੰਨੇ ਮਾਨ ਸਾਹਿਬ ਨੂੰ ਆਫਰ ਸੀ, ਕਿੰਨੇ ਪੈਸਿਆਂ ਦੀ ਉਹ ਦੱਸਣ, ਕਿਹੜਾ ਮਹਿਕਮਾ ਦਿੰਦੇ ਸੀ ਉਹ ਦੱਸਣ। ਇਹ ਤਾਂ ਵੱਡੀਆਂ ਗੱਲਾਂ ਨੇ ਨਾ ਹੁਣ ਜਿਹੜੀਆਂ ਹੋਣਗੀਆਂ। ਜੇ ਉਹ ਇਸ ਗੱਲ 'ਚ ਸਾਬਤ ਜਾਂ ਨਹੀਂ ਦੱਸਦੇ, ਫਿਰ ਕਿਤੇ ਨਾ ਕਿਤੇ ਇਹ ਪੋਲੀਟਿਕਸ, ਇਹ ਕਿਤੇ ਨਾ ਕਿਤੇ ਕੇਜਰੀਵਾਲ ਦੀ ਪੋਲੀਟਿਕਸ ਆ ਜਿਹੜੀ ਉਹ ਹਮੇਸ਼ਾ ਹੀ ਸੈਂਸੇਸ਼ਨਲਾਈਜ਼ ਕਰਕੇ ਦਿਖਾਉਂਦੇ ਆ। ਉਦੋਂ ਬਾਅਦ ਫਿਰ ਮੈਂ ਅੱਜ ਬੀਜੇਪੀ ਨੂੰ ਕਿਹਾ, ਜੇ ਤੁਸੀਂ ਨਹੀਂ ਕੀਤਾ, ਤੁਸੀਂ ਟੈਲੀਫੋਨ ਨਹੀਂ ਕੀਤੇ, ਨਹੀਂ ਪੈਸੇ ਦੇਣ ਦੀ ਗੱਲ ਕੀਤੀ, ਮਿਨਿਸਟਰੀ ਤੇ ਕੰਡੈਮ ਕਰੋ। ਇੱਥੇ ਇਹ ਗੱਲਾਂ ਤਾਂ ਹੁਣ ਪਾਰਲੀਮੈਂਟ 'ਚ ਮੈਂ ਅੱਜ ਕਹੀਆਂ ਤੇ ਇਹ ਸਾਹਮਣੇ ਕਰਨੀਆਂ ਪੈਣਗੀਆਂ। ਕੱਲਾ ਮੀਡੀਆ ਦੇ ਬੋਲੇ ਤੇ ਨਹੀਂ ਕੰਮ ਚੱਲਣਾ। ਹੁਣ ਇਹ ਦੱਸਣਾ ਪਊਗਾ ਵੀ ਕੌਣ ਖਰੀਦਦਾ ਸੀ, ਕਿੰਨੇ ਦਾ ਖਰੀਦਦਾ ਸੀ। ਉਹਨਾਂ ਨੂੰ ਦੱਸਣਾ ਪਊ ਵੀ ਇਹ ਭਗਵੰਤ ਮਾਨ ਸਾਹਿਬ ਸਹੀ ਕਹਿ ਰਹੇ ਆ, ਕੇਜਰੀਵਾਲ ਸਾਹਿਬ ਦੀ ਜਿਹੜੀ ਪਾਰਟੀ ਆ ਉਹ ਜਾਂ ਗਲਤ ਕਹਿ ਰਹੀ ਆ। ਇਹ ਜਾ ਕੇ ਉੱਥੇ ਪ੍ਰੈਸ ਕਾਨਫਰੰਸਾਂ ਕਰਨ ਨਾਲ ਨਹੀਂ ਗੱਲ ਬਣਨੀ। ਇੱਥੇ ਜਾ ਕੇ ਕੇਜਰੀਵਾਲ ਸਾਹਿਬ ਨੂੰ ਆਪ ਦੱਸਣਾ ਪਊ ਵੀ ਇਹਦੇ ਪਿੱਛੇ ਕੀ ਗੱਲ ਆ, ਕਿਉਂਕਿ ਇੱਕ ਪਾਰਟੀ ਦੇ ਪ੍ਰੈਜ਼ੀਡੈਂਟ ਨੇ, ਉਹ ਆਮ ਆਦਮੀ ਪਾਰਟੀ ਦੇ ਪ੍ਰੈਜ਼ੀਡੈਂਟ 2 ਟਰਮ MP ਨੇ ਤੇ ਲੋਕ ਸਭਾ ਦੇ MP ਨੇ, ਤੇ ਲੋਕ ਸਭਾ ਚੱਲ ਰਹੀ ਆ। मैं जे इस करके क्या सी। लेकिन जिस तरीके से आरोप लगे हैं, साथ ही साथ जो आम आदमी पार्टी के नेता हैं राघव चड्ढा, उन्होंने भी पंजाब सरकार पर कई गंभीर आरोप लगाए हैं। उन्होंने खुद मुख्यमंत्री को रेत का माफिया बोल दिया है। कैसे देखते हैं ये जो आरोप प्रत्यारोप की राजनीति अब शुरू हो गई है? यार दसो गल ये आ, उन्हां नूं की पता रेता खड्डां ਜਿਹੜਾ ਇੱਥੋਂ ਕੋਈ ਜਿਵੇਂ ਉਹ ਚਾਬੀ ਭਰ ਕੇ ਨਹੀਂ ਕਢਾਉਣਾ ਚੱਲਦਾ ਹੁੰਦਾ। ਹੁਣ ਉਹਨਾਂ ਨੂੰ ਕਿਹੜੇ, ਦੇਖੋ ਮੈਂ ਮੰਨਦਾ ਕਿਸੇ ਪੰਜਾਬੀ ਨੂੰ, ਉਹਨਾਂ ਦੀ ਪਾਰਟੀ ਆ, ਜਿਵੇਂ ਪਹਿਲਾਂ ਸੀ, ਕਿਸੇ ਪੰਜਾਬੀ ਨੂੰ ਮੂਹਰੇ ਲਾਉਣ, ਕੋਈ ਉੱਥੇ ਭਗਵੰਤ ਮਾਨ ਗੱਲ ਕਰੇ ਜਾ ਕੇ, ਕੋਈ ਉਹਨਾਂ ਦਾ ਜਿਵੇਂ ਦੇਖੋ ਨਾ, ਉਹ ਤਾਂ ਕੋਈ ਵੀ ਜਿਹਨੂੰ ਵੀ ਪੰਜਾਬੀ ਨੂੰ ਤਾਂ ਪਹਿਲਾਂ ਕੌਣ ਸੀ ਪਰ CLP ਲੀਡਰ, ਸਭ ਤੋਂ ਪਹਿਲਾਂ ਜਿਹੜੇ ਆਪਣੇ ਦਿੱਲੀੋਂ ਵਕੀਲ ਸਾਹਿਬ ਫੂਲਕਾ ਸਾਹਿਬ CLP ਲੀਡਰ ਬਣੇ, ਉਹ ਛੱਡ ਕੇ ਫਿਰ ਖਹਿਰਾ ਸਾਹਿਬ ਬਣੇ, ਉਹ ਛੱਡ ਕੇ ਫਿਰ ਕਮਰ ਸੰਧੂ ਆ ਗਏ, ਜਿਹੜੇ ਸੀਨੀਅਰ ਲੋਕ ਨੇ। ਕੋਈ ਪੰਜਾਬ ਦਾ ਬੰਦਾ ਤਾਂ ਕੋਈ ਟਿਕਦਾ ਨਹੀਂ ਨਾ, ਕੋਈ ਉਹ ਕਿਸੇ ਨੂੰ ਮੂਹਰੇ ਆਉਣ ਦਿੰਦੇ ਆ। ਇੱਥੋਂ ਦਿੱਲੀ ਛੱਡ ਕੇ ਉਹਨਾਂ ਨੂੰ ਵੀ ਇੰਨਾ ਦੱਸ ਦਿੰਦੇ ਵੀ ਅੱਜ ਆਪਾਂ ਅੰਮ੍ਰਿਤਸਰ ਏਅਰਪੋਰਟ ਤੇ ਉਤਰੇ ਆ, ਚੰਡੀਗੜ੍ਹ ਏਅਰਪੋਰਟ ਤੇ ਉਤਰੇ ਤੇ ਗੱਡੀਆਂ 'ਚ ਬਿਠਾ ਕੇ ਸਿੱਧਾ ਭਾਸ਼ਣ ਏਅਰਪੋਰਟ ਤੋਂ ਵਾਪਸ। ਇਹ ਯਾਰ ਕਿਵੇਂ ਚੱਲੂਗਾ ਕੰਮ? ਐ ਪੰਜਾਬ ਚੱਲੂਗਾ? ਐ ਪੰਜਾਬ ਨੂੰ ਤੁਸੀਂ ਸੌਖਾ ਸਮਝਦੇ ਹੋ ਵੀ ਐ? ਪਿਛਲੀ ਵਾਰ ਗੱਲ ਸੁਣ ਲਓ,
ਪਿਛਲੀ ਵਾਰ ਜਿੰਨਾ ਪ੍ਰਚਾਰ ਇਹਨਾਂ ਦਾ ਉਰੇ ਸੀ ਉਦੋਂ ਦੁੱਗਣਾ ਬਾਹਰ ਸੀ। ਐਨਆਰਆਈ ਬੱਸਾਂ ਭਰ ਕੇ ਉਰੇ, ਜਹਾਜ਼ ਭਰ ਕੇ ਉਰੇ ਇਹਨਾਂ ਦੀ ਮੁਹਿੰਮ ਚੱਲ ਰਹੀ ਆ। ਸਿੰਗਰ, ਗਾਉਣ ਵਾਲੇ, ਐਨਜੀਓਜ਼ ਸਭ ਇਹਨਾਂ ਦੇ ਮਗਰ ਲੱਗੇ, ਕਿਉਂਕਿ ਅੰਨਾ ਹਜ਼ਾਰੇ ਦੀ ਮੂਵਮੈਂਟ ਦੇਖੀ ਸੀ ਸਭ ਨੇ। ਉਹਦੇ ਵਿੱਚ ਚਾਹੇ ਬੜੇ ਬੜੇ ਨਾਂ ਸੀ, ਸਾਰੇ ਹੀ ਬੈਠੇ ਸੀ। ਅੱਜ ਤਾਂ ਇੱਕ ਨਹੀਂ ਛੱਡਿਆ ਨੇ, ਇੱਕ ਵੀ, ਚਾਹੇ ਸਭ ਤੋਂ ਨੇੜੇ ਦੇ ਸਾਥੀ ਇਹਦੇ ਕੋਈ, ਉਹ ਚਾਹੇ ਪ੍ਰਸ਼ਾਂਤ ਭੂਸ਼ਣ ਸੀ, ਚਾਹੇ ਯੋਗਿੰਦਰ ਯਾਦਵ ਸੀ, ਇਹ ਸਭ ਨਾਲ ਸੀ ਨਾ। ਕਿਰਨ ਬੇਦੀ ਸੀ, ਕਿੰਨੇ ਕਿੰਨੇ ਬੰਦੇ ਨਾਲ ਸੀ। ਉਹ ਇੱਕ ਜਿਹੜੇ ਬਹੁਤ ਹੀ ਵਿਚਾਰਾ, ਉਹ ਤਾਂ ਜਿਹੜਾ ਕਵਿਤਾ ਗਾਉਂਦੇ ਆ, ਉਹ ਇਹੋ ਜਿਹੇ ਬੰਦੇ ਕਿੰਨੇ ਸੀ ਜਿਹੜੇ ਮੇਨ। ਨਿਖਿਲ ਦੇਵ ਸੀ, ਸਭ। ਹੁਣ ਕੇਜਰੀਵਾਲ, ਕੱਲਾ ਕੇਜਰੀਵਾਲ, ਤੇ ਉਹ ਚੀਫ ਮਿਨਿਸਟਰ ਦੀ ਸੀਟਾਂ ਮਗਰ, ਸੱਤਾ ਮਗਰ। ਜਿੱਥੇ ਵੀ ਤੁਸੀਂ ਇੱਕ ਅੰਦਾਜ਼ਾ ਲਾਓ, ਜਿੰਨਾ ਪੈਸਾ ਉਰੇ ਯਮਨਾ ਸਾਫ਼ ਕਰਨ ਨੂੰ ਦਿੱਤਾ, ਸਾਰੇ ਦਾ ਸਾਰਾ ਪੈਸਾ ਐਡਵਰਟਾਈਜ਼ਮੈਂਟ ਚੇਂਜ ਕਰਕੇ ਯੂਪੀ, ਗੋਆ, ਪੰਜਾਬ ਸਾਰਾ ਪੈਸਾ ਲਾਤਾ। ਤੁਸੀਂ ਰੇਤੇ ਦੀ ਗੱਲ ਕਰਦੇ ਹੋ, ਅੱਜ ਹਾਊਸ ਦੇ ਵਿੱਚ ਇਹ ਗੱਲ ਰਿਕਾਰਡ ਤੇ ਕਹੀ ਗਈ ਵੀ ਭਾਈ ਕੇਜਰੀਵਾਲ ਸਾਹਿਬ ਤੇ ਸਾਡੇ ਰਾਘਵ ਚੱਡਾ ਜੀ, ਇਹ ਦੱਸ ਦਿਓ ਬਈ ਕਿੰਨੇ ਹਜ਼ਾਰ, ਜਦੋਂ ਦੀ ਤੁਹਾਡੀ ਸਰਕਾਰ ਬਣੀ ਆ, ਕਹਿੰਦੇ 3000, ਫਿਰ 4, ਫਿਰ 5, ਫਿਰ 6, ਹੁਣ 6 ਤੋਂ 10,000 ਕਰੋੜ ਰੁਪਏ ਦਾ ਟੀਚਾ ਰੱਖਿਆ ਸ਼ਰਾਬ ਦਾ, ਜਿਹੜਾ ਐਕਸਾਈਜ਼ ਇਕੱਠੀ ਕਰਨੀ ਆ। 6000 ਕਰੋੜ ਤਾਂ ਹੈਗਾ ਏ, ਉਦੋਂ ਵੱਧ ਹੁਣ, ਤੇ 10 ਤੇ ਪਹੁੰਚਣਾ ਏ। ਤੇ ਠੇਕੇ ਪੁੱਛ ਲਓ ਵੀ ਕਿੰਨੀ ਇਹਨਾਂ ਦੀ ਗਿਣਤੀ ਆ। ਤੁਸੀਂ ਸਵਾਲ ਪੁੱਛਿਓ ਕਿਸ ਦਿਨ ਵੀ ਭਾਈ ਤੁਹਾਡੀ ਸਰਕਾਰ ਵੇਲੇ ਕਿੰਨੇ ਠੇਕੇ ਪਿਛਲੀ ਵਾਰ ਨਾਲੋਂ ਵਧੇ ਆ, ਸ਼ੀਲਾ ਦੀਕਸ਼ਤ ਜੀ ਦੀ ਸਰਕਾਰ ਨਾਲੋਂ ਕਿੰਨੇ ਠੇਕੇ ਤੁਸੀਂ ਵਧਾਏ ਨੇ। ਉਮਰ ਆ ਜਿਹੜੀ 25 ਤੋਂ 21, ਉਹ ਏਜ ਆ ਜਿਹੜੀ ਉਹ ਘੱਟ ਕਰਤੀ ਬੱਚਿਆਂ ਦੀ। ਇੱਥੇ ਜਿੱਥੇ ਵੀ ਸ਼ਰਾਬ ਵੱਡੇ ਵੱਡੇ ਰੈਸਟੋਰੈਂਟਾਂ 'ਚ, ਹੋਰ 'ਚ, ਉੱਤੇ ਕਨਸੈਸ਼ਨ ਦਿੰਦੇ ਆ ਵੀ ਜੇ ਤੁਸੀਂ ਰਾਤ ਨੂੰ 12 ਵਜੇ ਤੋਂ ਜਾਂ 2 ਵਜੇ ਤੋਂ 3 ਵਜੇ ਤੋਂ ਬਾਹਰ, ਉਹਨਾਂ ਤੁਹਾਨੂੰ ਰੇਟ ਘੱਟ ਮਿਲੂਗਾ। ਅਲੱਗ ਲੇਡੀਜ਼ ਲਈ ਉਹ ਉਰੇ ਅਲੱਗ ਜਿਹੜੀ ਸ਼ਰਾਬ ਆ, ਉਹਨਾਂ ਨੂੰ ਕਿਸ ਤਰੀਕੇ ਨਾਲ ਸਸਤੀ ਹੋਰ ਪਰੋਸੀ ਜਾਵੇ, ਉਹ ਕੰਮ ਕਰਦੇ। ਇਹ ਅਸੀਂ ਕਰਵਾਉਣੇ ਆ। ਇਹ ਤੁਸੀਂ ਜਾ ਕੇ ਉੱਥੇ ਕਰੋਗੇ ਚੀਜ਼ਾਂ ਜਿਹੜੀਆਂ ਦਿੱਲੀ 'ਚ ਇਹ ਕਰ ਰਹੇ ਆ। ਇਹ ਤਾਂ ਮੈਂ ਨਹੀਂ ਕਹਿ ਰਿਹਾ ਨਾ, ਇਹ ਤਾਂ ਰਿਕਾर्ड ਤੇ ਗੱਲਾਂ ਨੇ ਨਾ। ਤੇ स्कूल आज ताले लाया जब मैं दिल्ली की स्कूल की आपने बात करी है, लेकिन कल जिस तरीके से कुछ दिन पहले दिल्ली के मुख्यमंत्री अरविंद केजरीवाल पंजाब जाते हैं और टीचर जो गेस्ट टीचर हैं उनके प्रोटेस्ट में शामिल होते हैं, वहीं कल पंजाब के जो प्रधान हैं नवजोत सिंह सिद्धू, वो दिल्ली आते हैं, गेस्ट टीचरों के प्रोटेस्ट में शामिल होते हैं। क्या लगता है कि आरोप प्रत्यारोप एक बार फिर चुनाव के नजदीक में ही क्यों होता है? वही तो गल है ना, एक्शन का रिएक्शन होना ही होना। ਜਦੋਂ ਤੁਸੀਂ ਉੱਥੇ ਜਾ ਕੇ ਇਹ ਤਾਂ ਤੁਸੀਂ ਤਾਂ ਉੱਥੇ ਪਾਰਟੀ ਦੇ ਕੰਮ ਕਰਦੇ ਹੋ ਨਾ, ਪਾਰਟੀ ਦੇ ਕਾਰਜਕਰਤਾ ਜਾ ਕੇ ਕਿਸੇ ਸਕੂਲ 'ਚ ਜਾਂ ਹੋਰ ਜਾ ਬੜੇ, ਉਹ ਵੀ ਜਿਹੜਾ ਇੱਕ ਸਕੂਲ ਵੱਡਾ ਸਕੂਲ ਉਸੇ ਪਿੰਡ 'ਚ ਜਿਹੜਾ ਏ ਉਹ ਅਲੱਗ ਸੀ, ਤੇ ਇਹ ਜਿਹੜਾ ਇੱਕ ਸਕੂਲ ਬੰਦ ਜਿਹਾ ਪਿਆ ਸੀ ਉਹਦੇ ਵਿੱਚ ਜਾ ਬੜੇ। ਹੁਣ ਦੇਖੋ, ਇਹ ਕਿਸੇ ਪਾਰਟੀ ਨੇ ਤਾਂ ਇਕੱਠੇ ਕੀਤੇ ਨਹੀਂ ਸੀ। ਜਿੱਥੇ ਸਿੱਧੂ ਸਾਹਿਬ ਆਏ, ਹਜ਼ਾਰਾਂ ਦੀ ਗਿਣਤੀ 'ਚ ਜਿਨ੍ਹਾਂ ਦੀ ਤਨਖਾਹ ਹੀ ਨਹੀਂ ਮਿਲਦੀ, ਉਹ ਜਿਹੜੇ ਆ ਉਹਨਾਂ ਨੇ ਆਪ ਕਾਲ ਦਿੱਤੀ ਵੀ ਅਸੀਂ ਹਜ਼ਾਰਾਂ ਦੀ ਗਿਣਤੀ 'ਚ ਇਕੱਠੇ ਹੋ ਰਹੇ ਹਾਂ ਜੀ, ਅਸੀਂ ਦੱਸਦੇ ਹਾਂ ਦੀ ਸੱਚਾਈ ਕੀ ਆ। ਤੇ ਜਿੰਨੇ ਵੀ ਉਹ ਇਹਨਾਂ ਦਾ ਅੰਦਾਜ਼ਾ ਸੀਗਾ, ਜਿਹੜੀਆਂ ਮੁਹੱਲਾ ਕਲੀਨਿਕ ਵੀ ਬਣਾਉਣੀਆਂ ਵੀ ਕਿੰਨੇ ਹਜ਼ਾਰ, ਉਹ ਕੁਛ ਇਹਨਾਂ ਤੋਂ ਬਣੀਆਂ ਹੀ 300 ਕੁਛ ਨੇ, ਉਹਦੇ 'ਚ 130-40 ਆ ਜਿਹੜੀਆਂ ਉਹ ਕੱਲੀਆਂ ਚੱਲਦੀਆਂ। ਇਹ ਸਕੂਲ ਆ, ਸਕੂਲ 'ਚ ਜਿਹੜੇ ਮੈਂ ਕੱਲ ਤੇ 2 ਦਿਨ ਆ ਪਿੱਛੇ, ਕਿਉਂਕਿ ਚਲੋ ਸੈਟਰਡੇ ਸੰਡੇ ਵੀ ਸੀ, ਪਰ এনवायरमेंट ਕਰਕੇ, ਸਮੌਕ ਕਰਕੇ ਸਾਰੇ ਸਕੂਲਾਂ ਤੇ ਏਡੇ ਤਾਲੇ ਲਾਤੇ ਵੀ ਕੋਈ ਸਕੂਲ ਦੇਖ ਹੀ ਨਾ ਲਗੇ। ਹੁਣ ਮੈਨੂੰ ਇਹ ਦੱਸੋ, ਜਿਹੜੇ ਬੱਚਿਆਂ ਦੀ ਪੜ੍ਹਾਈ ਦੀ ਗੱਲ ਕਰਦੇ ਆ, ਉਹ ਬੱਚੇ ਸਕੂਲ ਬੰਦ ਹੋ ਜਾਂਦੇ ਆ ਕਿਉਂਕਿ এনवायरमेंट ਹੈ ਨਹੀਂਗਾ, ਕਿਉਂਕਿ ਉਰੇ ਮੌਸਮ ਦਾ ਇਹ ਹਾਲ ਆ ਬਈ ਇਹ ਪਹਿਲਾਂ ਕਦੇ ਕੇਜਰੀਵਾਲ ਸਰਕਾਰ ਤੋਂ ਪਹਿਲਾਂ ਤਾਂ ਹੈ ਨਹੀਂ ਸੀ ਵੀ ਜਦੋਂ ਇਹ ਕੰਮ ਜਿਹੜਾ ਏ ਵੀ ਬੰਦ ਕਰਨਾ ਪਵੇ ਸਾਨੂੰ, ਜਿਹੜਾ ਦਿੱਲੀ ਆ ਸਕੂਲ ਬੰਦ ਕਰਨੇ ਪੈਣ। ਇਸ ਕਰਕੇ ਇਹ ਤਾਂ ਬਹੁਤ ਹੀ ਝੂਠ ਬੋਲਦੇ ਆ, ਬਹੁਤ ਹੀ ਗੱਲਾਂ ਕੱਪੜਿਆਂ ਦੀ ਕਰਨ ਲੱਗ ਜਾਂਦੇ ਆ, ਫਿਰ ਜਾਣ ਕੇ ਰੰਗਾਂ ਦੀ ਕਰਨ ਲੱਗ ਜਾਂਦੇ ਆ। ਇਹ ਕਿਹੜੇ ਕੰਮ ਨੇ ਯਾਰ? ਲੋਕਾਂ ਨੂੰ ਕੀ ਮਤਲਬ ਮੈਂ ਕਿਹੜਾ ਕੱਪੜਾ ਪਾਉਣਾ ਜਾਂ ਕੇਜਰੀਵਾਲ ਸਾਹਿਬ ਕਿਹੜੇ ਕੱਪੜੇ ਪਾਉਂਦੇ ਆ? ਮੈਨੂੰ ਕੀ ਮਤਲਬ ਉਹਨਾਂ ਦਾ ਰੰਗ ਕਿਹੜਾ ਹੈ ਜਾਂ ਕੀ ਹੈ? ਇਹਦੇ ਨਾਲ ਕੀ ਲੋਕਾਂ ਨੇ ਕੀ ਲੈਣਾ ਹੈ? ਇਸ ਕਰਕੇ ਉਹ ਜਿਹੜਾ ਕੰਟੈਸਟ ਸੀਗਾ ਗੋਰਿਆਂ ਵਾਲੀ ਗੱਲ ਕਰਨ ਵਾਲਾ, ਅੰਗਰੇਜ਼ਾਂ ਵਾਲੀ ਗੱਲ ਕਰਨ ਵਾਲਾ, ਉਹ ਇਹ ਸੀ ਵੀ ਤੁਸੀਂ ਭਾਈ ਬਾਹਰੋਂ ਆ ਕੇ ਪੰਜਾਬ ਨਾਲ ਤੁਹਾਡਾ ਕੀ ਲੈਣਾ ਦੇਣਾ ਹੈ। ਹੁਣ ਅੱਜ ਉਹਨੂੰ ਇਹ ਕਹਿਣਾ ਪੈ ਰਿਹਾ ਮੇਰੇ ਨਾਨਕੇ ਵੀ ਉਰੇ ਆ, ਦਾਦਕੇ ਵੀ ਉਰੇ ਆ। ਦੱਸੋ, ਇਹ ਦੱਸਣਾ ਪੈ ਰਿਹਾ। ਜੇ ਇਹ ਕਿਉਂ ਬਚਣਾ ਪੈ ਰਿਹਾ ਪ੍ਰੈਸ ਮੂਹਰੇ? ਕਿਉਂਕਿ ਤੁਸੀਂ ਉਰੇ ਦੇ ਹੈ ਨਹੀਂਗੇ। ਜੇ ਤੁਸੀਂ ਪੰਜਾਬ ਦੇ ਹੋ ਤੇ ਤੁਹਾਨੂੰ ਕਿਉਂ ਇਹ ਦੱਸਣਾ ਪਵੇ? ਜਿਹੜੀ ਆ ਤੁਸੀਂ ਜੇ ਪੰਜਾਬੀ ਤੇ ਪਾਹੀਂ ਤੁਸੀਂ ਵਿਧਾਨ ਸਭਾ ਦੀ ਇਲੈਕਸ਼ਨ ਲੜ ਸਕਦੇ ਹੋ, ਤੁਸੀਂ ਤਾਂ ਉੱਥੇ ਇਲੈਕਸ਼ਨ ਹੀ ਨਹੀਂ ਲੜ ਸਕਦੇ। ਤੇ ਇਸ ਕਰਕੇ
ਬੜਾ ਅਜੀਬੋ-ਗਰੀਬ ਗੱਲ ਆ। ਇਹ ਜਿਹੜੀਆਂ ਪਾਰਟੀਆਂ ਨੇ, ਬੀਜੇਪੀ ਆ, ਇਹ ਪੰਜਾਬ ਨੂੰ ਖਰਾਬ ਕਰਨਾ ਚਾਹੁੰਦੀਆਂ ਇਸ ਵੇਲੇ। ਪੰਜਾਬ ਦੇ ਵਿੱਚ ਮਤਲਬ ਮਾਹੌਲ ਆ ਜਿਹੜਾ, ਉਹਨੂੰ ਖਰਾਬ ਕਰਨਾ ਚਾਹੁੰਦੇ ਆ। ਗੱਲ ਕੁਛ ਨਹੀਂ ਬਣਨੀ। ਪੰਜਾਬੀ ਨੇ ਬਿਲਕੁਲ ਪਿਛਲੀ ਵਾਰ ਜਿਹੜੀਆਂ ਸੀਟਾਂ ਤੇ ਇਹਨਾਂ ਨੂੰ ਵੋਟਾਂ ਪਾ ਕੇ ਦੇਖ ਲੀਆਂ, ਉਹ ਐਮਐਲਏ, ਅੱਜ ਉਹ ਐਮਐਲਏ ਕਿਹੜੀ ਪਾਰਟੀ ਹੈ ਜੀ ਚੋਂ ਜੁਆਇਨ ਕਰ ਲੂਣ? ਇਹਨਾਂ ਦਾ ਕਿਹੜਾ ਐਮਐਲਏ ਜਿਹੜਾ ਬਾਕੀ ਤਾਂ ਇਲੈਕਸ਼ਨ ਲੜਨ ਨੂੰ ਹੀ ਤੋਬਾ ਕਰ ਗਏ। ਮੁਸ਼ਕਿਲ ਨਾਲ 5 ਜਾਂ 7 ਐਮਐਲਏ ਰਹਿ ਜਾਣਗੇ ਜਿਨ੍ਹਾਂ ਨੂੰ ਪੁਰਾਣੀਆਂ ਟਿਕਟਾਂ, ਉਹਨਾਂ ਨੂੰ ਵੀ ਇਹਨਾਂ ਨੇ ਅਨਾਉਂਸ ਕੀਤੀਆਂ ਛੇਤੀ, ਉਹ ਵੀ ਚੱਪਾ ਚੱਲੇ ਸੀ। ਇਸ ਕਰਕੇ ਮੈਂ ਸਮਝਦਾ ਇਹ ਗੱਲ ਤਾਂ ਨਾ ਚੱਲਣੀ। ਅੱਜ ਤੱਕ ਤਾਂ ਯਾਰ ਦੇਖੋ, ਹੁਣ ਦਿਨ ਕਿੰਨੇ ਰਹਿ ਗਏ? 20। ਕੋਈ ਫੇਸ ਦੇ ਸਕੇ ਨੇ ਇਹ? ਕੋਈ ਪੰਜਾਬੀ ਫੇਸ ਜਿਹੜਾ ਇਹ ਇਲੈਕਸ਼ਨ ਲੜਨ ਨੂੰ ਇਹ ਦੇ ਸਕੇ ਨੇ? ਹਜੇ ਤੱਕ ਗੱਲਾਂ ਨੇ। ਅਸੀਂ ਯਾਰ ਦੇਖੋ, ਅਸੀਂ ਬਰਾਦਰੀ ਚੋਂ ਡਿਪਟੀ ਸੀਐਮ ਬਣਾਵਾਂਗੇ, ਅਸੀਂ ਇਹ ਚੋਂ ਇਹ ਕਰਾਂਗੇ, ਕੋਈ ਗੱਲ ਅਜੇ ਤੱਕ ਕਰ ਹੀ ਨਹੀਂ ਸਕੇ। ਤੇ ਜਿਹੜੀਆਂ ਗਰੰਟੀਆਂ ਏ, ਉਹ ਪਤਾ ਨਹੀਂ ਕਾਹਦੀਆਂ ਗਰੰਟੀਆਂ ਦਿੰਦੇ ਆ। ਉਹ ਗਰੰਟੀਆਂ ਪਹਿਲਾਂ ਦਿੱਲੀ 'ਚ ਤਾਂ ਲਾਗੂ ਕਰ ਲਓ। अच्छा बिट्टू जी, जिस तरीके से आपके पूर्व सहयोगी और पूर्व मुख्यमंत्री कैप्टन अमरिंदर सिंह ने नई पार्टी बनाई है और पार्टी का ऑफिस का उद्घाटन भी हो गया है, उन्होंने साफ कहा है कि बहुत कांग्रेस के कई वरिष्ठ नेता उनके संपर्क में है और साथ ही साथ जो उनका जो गठबंधन हो रहा है वो शिरोमणि अकाली दल संयुक्त जो सुखदेव सिंह ढींडसा जी की पार्टी है उनसे हो रहा है। क्या लगता है कि वो पंजाब की राजनीति में कुछ कर पाएंगे? देखो अमल, ਜਦੋਂ ਮੈਂ ਪੋਲਿਟਿਕਸ ਆਇਆ 2008 'ਚ, ਉਦੋਂ ਦੇ ਅਸੀਂ ਤਾਂ ਕੈਪਟਨ ਸਾਹਿਬ ਕਾਂਗਰਸ ਪਾਰਟੀ ਦੇ ਵਿੱਚ ਨੇ, ਉਹਨਾਂ ਦੇ ਹੱਥ ਕਮਾਨ ਰਹੀ ਆ, ਉਹਨਾਂ ਦੇ ਥੱਲੇ ਹੀ ਕੰਮ ਕੀਤਾ। ਤੇ ਮੈਂ ਸਮਝਦਾ ਬਹੁਤ ਹੀ ਵਧੀਆ ਤਰੀਕੇ ਨਾਲ ਕਾਂਗਰਸ ਪਾਰਟੀ ਉਹਨਾਂ ਨਾਲ ਕੰਮ ਕੀਤਾ। ਦੇਖੋ ਸਾਡੇ ਤਾਂ ਉਹ ਸਤਿਕਾਰਯੋਗ ਨੇ, ਅੱਜ ਵੀ ਨੇ, ਪਹਿਲਾਂ ਵੀ ਸੀ ਤੇ ਅੱਗੇ ਵੀ ਰਹਿਣਗੇ। ਦਿਲ 'ਚ ਉਹਨਾਂ ਲਈ ਨਾ ਇੱਜ਼ਤ ਮਤਲਬ ਘਟੂ ਕਦੇ। ਪਰ ਹੁਣ ਦੁਵਿਧਾ ਦੇਖੋ ਕਿੱਡੀ ਵੱਡੀ ਆ ਬਈ ਇਸ ਵੇਲੇ ਇੰਨਾ ਸਾਲ ਪਾਰਟੀਆਂ 'ਚ ਰਹਿ ਕੇ, ਮਤਲਬ ਪਾਰਟੀ ਉਹ ਸੀ ਸਮਝ ਲਓ, ਕੈਪਟਨ ਅਮਰਿੰਦਰ ਸਿੰਘ ਮਤਲਬ ਕਾਂਗਰਸ। ਤੇ ਅੱਜ ਬੜਾ ਹੋਰ ਤਰ੍ਹਾਂ ਦਾ ਲੱਗਦਾ ਹੈ ਜਦੋਂ ਇਹੋ ਜਿਹੀਆਂ ਗੱਲਾਂ ਦੇਖੀ ਦੀਆਂ ਵੀ ਕਿੱਥੇ ਕਾਂਗਰਸ ਭਵਨ, ਕਿੱਥੇ ਅੱਜ ਇੱਕ ਮਤਲਬ ਆਫਿਸ ਜਿਹੜਾ ਕੋਈ ਦੁਕਾਨ ਜੀ 'ਚ ਖੋਲੀ ਜਾਂਦੇ ਆ, ਤੇ ਪਾਰਟੀ ਪਤਾ ਨਹੀਂ ਕਿਸ ਦੇ ਨਾਂ ਆ, ਕਿਹਦੇ ਨਾਂ ਆ। ਇਸ ਕਰਕੇ ਬੀਜੇਪੀ ਆ ਨਾ ਜਿਹੜੀ, ਬੀਜੇਪੀ, ਢੀਂਡਸਾ ਸਾਹਿਬ ਵੀ ਦੇਖ ਲਓ ਕਿੱਡਾ ਬਾਰ ਮੰਤਰੀ ਰਹਿ ਚੁੱਕੇ ਆ, ਫਰਟੀਲਾਈਜ਼ਰ ਮਿਨਿਸਟਰ ਹੁੰਦੇ ਸੀ ਵਾਜਪਾਈ ਦੀ ਗਵਰਨਮੈਂਟ 'ਚ, ਉਦੋਂ ਬਾਅਦ ਐਮਐਲਏ, ਬੇਟਾ ਫਾਈਨਾਂਸ ਮਿਨਿਸਟਰ ਪੰਜਾਬ ਦਾ ਰਿਹਾ 5 ਸਾਲ। ਇਸ ਕਰਕੇ ਦੁੱਖ ਲੱਗਦਾ ਵੀ ਬੀਜੇਪੀ ਕਠਪੁਤਲੀ ਵਾਂਗੂ ਉਹ ਜਿਹੜੀਆਂ ਐ ਹੁੰਦੀਆਂ ਨਾ ਦਨਿਓਟੀ ਆਵਾਜ਼ ਜੀ ਵੀ ਆਉਂਦੀਆਂ ਤੇ ਟੀ ਟੀ ਕਰਕੇ ਉਹ ਨਚਾਰੀ ਆ ਬੀਜੇਪੀ। ਉਦੋਂ ਦੁੱਖ ਜਿਹਾ ਜ਼ਰੂਰ ਲੱਗਦਾ ਏ। ਪਰ ਹੁਣ ਇਹ ਤਾਂ ਇਹਨਾਂ ਦੀ ਸੋਚ ਆ, ਪਤਾ ਨਹੀਂ ਕੌਣ ਇਹਨਾਂ ਨੂੰ ਇਹੋ ਜਿਹੀਆਂ ਸਕੀਮਾਂ ਦੇ ਰਿਹਾ ਏ। ਲੱਭਣਾ ਕੁਛ ਨਹੀਂ। 0+0 0+0 ਰਿਜ਼ਲਟ ਤਾਂ ਉਹੀ ਆਉਣਾ ਹੈ। ਚਾਹੇ ਤੁਸੀਂ ਕਹਿੰਦੇ ਹੋ ਕਾਂਗਰਸੀ ਇਨ ਟੱਚ ਨੇ, ਚਾਹੇ ਕਹਿੰਦੇ ਹੋ ਅਕਾਲੀ ਇਨ ਟੱਚ ਨੇ, ਕੋਈ ਛੱਡਦਾ ਹੁੰਦਾ ਆਪਣੀਆਂ ਪਾਰਟੀਆਂ? ਮੈਨੂੰ ਤੁਸੀਂ ਦੱਸੋ। ਜਿਹਨੂੰ ਕੱਢ ਕੁੱਟ ਦਿੰਦਾ ਉਹੀ ਛੱਡਦਾ ਏ, ਬਾਕੀ ਤਾਂ ਕੋਈ ਆਪਣੀ ਪਾर्टी, अपना घर कौन छड्डदा हुंदा। अच्छा, अभी जो जानकारी मिल रही है कि कांग्रेस के वरिष्ठ नेता और पूर्व अध्यक्ष सुनील जाखड़ और अंबिका सोनी और जो प्रताप सिंह बाजवा है, उनको कांग्रेस की मैनिफेस्टो और स्क्रीनिंग कमेटी की जो है जिम्मेदारी दी गई है, कैसे देख रहे हैं आप? बहुत वधिया काम होया है। एक नवी टीम जिहड़ी कि चन्नी साहब नौजवान ते सिद्धू साहब दी कर रही है, नाल उन्हां दे तजर्बेकार एक्सपीरियंसड ਜਿਹੜੇ ਜਾਖੜ ਸਾਹਿਬ ਕਾਂਗਰਸ ਪਾਰਟੀ ਦੇ CLP ਲੀਡਰ ਰਹੇ, ਪ੍ਰਧਾਨ ਰਹੇ, ਅੰਬਿਕਾ ਸੋਨੀ ਜੀ ਪਾਰਟੀ ਦੇ ਅਨੇਕਾਂ ਵਾਰ MP ਮੰਤਰੀ ਰਹੇ, ਕਾਂਗਰਸ ਦੇ ਪ੍ਰਧਾਨ ਰਹੇ, ਅਨੇਕਾਂ ਵਾਰ ਬਾਜਵਾ ਸਾਹਿਬ, ਪ੍ਰਤਾਪ ਬਾਜਵਾ ਜੀ ਮੰਤਰੀ ਰਹੇ, MP ਰਹੇ, ਉਦੋਂ ਬਾਅਦ ਪਾਰਟੀ ਦੇ ਪ੍ਰਧਾਨ ਰਹੇ। ਇਹ ਸਭ ਤੋਂ ਵੱਡਾ ਅਹੁਦੇ ਇਹੀ ਹੁੰਦੇ ਆ ਨਾ। ਤੇ ਮੈਂ ਸਮਝਦਾ ਹੁਣ ਜਦੋਂ ਉਹ ਵੀ, ਕਿਉਂਕਿ ਰਾਹੁਲ ਗਾਂਧੀ ਦੀ ਸੋਚ ਆ ਨਾ ਜਿਹੜੀ, ਉਹ ਕਲੈਕਟਿਵ ਰਿਸਪੌਂਸਿਬਿਲਟੀ ਵੀ, ਜ਼ਿੰਮੇਵਾਰੀ ਪਾਰਟੀ ਇਹ ਨਾ ਹੋਵੇ ਕਿਸੇ ਇਕੱਲੇ ਦੀ ਆ, ਨਹੀਂ, ਸਾਰੇ ਬਰਾਬਰ ਲੱਗਣ, ਇੱਕ ਦੂਜੇ ਨਾਲ ਹੱਥ ਮਿਲਾ ਕੇ ਕੰਮ ਕਰ ਰਹੇ ਆ। ਤੇ ਉਹ ਤਰੀਕਾ ਜਿਹੜਾ ਇਖਤਿਆਰ ਕੀਤਾ ਏ, ਤੇ ਮੈਂ ਸਮਝਦਾ ਇਲੈਕਸ਼ਨਾਂ ਤੋਂ ਪਹਿਲਾਂ ਬੜਾ ਵਧੀਆ ਰਿਜ਼ਲਟ ਆ ਜਿਹੜਾ, ਬੜੀ ਸੂਝ-ਬੂਝ ਨਾਲ ਜਿਹੜੀ ਹੈ ਟੀਮ ਆ ਕੰਮ ਕਰੇਗੀ। तो बिल्कुल, ये थे कांग्रेस के सांसद रवनीत सिंह बिट्टू, जिन्होंने नवोदय टाइम्स पंजाब केसरी के साथ खास बातचीत की। दिल्ली से कमल कुमार कंसल, नवोदय टाइम्स पंजाब केसरी टीवी।
ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।